बहुत ही सत्कारयोग बेरोजगार ईटीटी टैट पास अध्यापक साथियों, ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਸਾਥੀਓ, ਤੁਹਾਨੂੰ ਪਤਾ ਹੈ ਜਿਹੜੇ ਸਾਰੇ ਸਾਥੀ ਆਪਣੇ ਸੰਘਰਸ਼ ਦੇ ਲਈ ਸਰਕਾਰ ਦੇ ਨਾਲ ਸੰਘਰਸ਼ ਕਰਕੇ ਜਿਹੜੀ 2364 ਪੋਸਟਾਂ ਜਿਹੜੀਆਂ ਸਰਕਾਰ ਕੋਲੋਂ ਆਪਾਂ ਪ੍ਰੋਵਾਈਡ ਕਰਾਈਆਂ ਨੇ, ਉਸ ਮਸਲੇ ਤੇ ਆਪਾਂ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤਾਂ ਸਭ ਤੋਂ ਪਹਿਲਾਂ ਸਾਡੇ ਟਾਵਰ ਤੇ ਬੈਠੇ ਹੋਏ ਸਾਥੀ, ਸਾਡੇ ਸੁਰਿੰਦਰਪਾਲ ਗੁਰਦਾਸਪੁਰ, ਸਾਡੇ ਸਾਥੀ ਹਰਜੀਤ ਸਿੰਘ ਮਾਨਸਾ ਤੋਂ, ਉਹਨਾਂ ਨੂੰ ਦਿਲੋਂ ਸਲੂਟ ਹੈ ਕਿ ਇੰਨੀ ਠੰਡ ਦੇ ਵਿੱਚ ਬਾਰਿਸ਼ ਵੀ ਹੋ ਰਹੀ ਹੈ। ਪਿਛਲੇ ਦਿਨੀ ਗਰਮੀ ਵੀ ਬਹੁਤ ਜ਼ਿਆਦਾ ਸੀ, ਤਾਂ ਹੁਣ ਤੁਸੀਂ ਦੇਖੋ ਇੰਨੀ ਬਾਰਿਸ਼ ਦੇ ਵਿੱਚ 250 ਫੁੱਟ ਦੇ ਕਰੀਬ ਜਿਹੜਾ ਉਚਾਈ ਤੇ ਉਹ ਆਪਣੇ ਹੱਕੀ ਮੰਗਾਂ ਲੈ ਕੇ ਬੈਠੇ ਹੋਏ ਨੇ। ਤਾਂ ਦਿਲੋਂ ਸਲੂਟ ਹੈ ਉਹਨਾਂ ਸਾਥੀਆਂ ਨੂੰ। ਕਾਫੀ ਸਮਾਂ ਹੋ ਚੱਲਿਆ ਉਹਨਾਂ ਕੋਲ ਖਾਣ ਲਈ ਕੁਛ ਨਹੀਂ ਗਾ। ਤੁਸੀਂ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਆ ਰਹੀਆਂ ਨੇ, ਜਿਹੜਾ ਬਾਰਿਸ਼ ਦਾ ਪਾਣੀ ਪੀ ਕੇ ਜਿਹੜਾ ਆਪਣਾ ਜਿਹੜਾ ਉਹ ਟਾਈਮ ਪਾਸ ਜਿਹੜਾ ਉਹ ਕਰ ਰਹੇ ਨੇ। ਸੋ ਸਾਥੀਓ, ਇਹ ਜਿਹੜਾ ਸੰਘਰਸ਼ ਹੈ ਸਿਰਫ ਇੱਕ ਇਨਸਾਫ ਦਾ ਜਿਹੜਾ ਉਹ ਸੰਘਰਸ਼ ਜਿਹੜਾ ਉਹ ਲੜਿਆ ਜਾ ਰਿਹਾ ਹੈ, ਇਨਸਾਫ ਦੀ ਜਿਹੜੀ ਉਹ ਮੰਗ ਕੀਤੀ ਜਾ ਰਹੀ ਹੈ। ਸੋ ਆਪਾਂ ਗੱਲ ਕਰਾਂਗੇ ਕਿ ਅੱਜ ਬਹੁਤ ਸਾਰੇ ਸਾਥੀਆਂ ਦੇ ਜਿਹੜੇ ਆ ਮੈਨੂੰ ਫੋਨ ਆਏ, WhatsApp ਤੇ ਮੈਸੇਜ ਵੀ ਮੈਨੂੰ ਬਹੁਤ ਸਾਰਾ ਆਏ, ਜਿਹੜੇ ਅਨਨੋਨ ਨੰਬਰ ਹੈਗੇ ਸੀ, ਕਿ 2364 ਪੋਸਟਾਂ ਤੇ ਵੀ ਤੁਹਾਡੇ ਸਰ ਕੀ ਵਿਚਾਰ ਨੇ, ਤੁਸੀਂ ਯੂਨੀਅਨ ਵਾਲੇ ਸਾਨੂੰ ਕੀ ਕੁਝ ਲੈ ਕੇ ਦੇ ਰਹੇ ਹੋ, ਜਾਂ ਕਿਤੇ ਈਟੀਟੀ ਦੀ 2364 ਪੋਸਟ ਜਿਹੜੀ ਤੁਸੀਂ ਕਢਵਾਈ ਹੈ ਤਾਂ ਉਸ ਨੂੰ ਕਿਤੇ ਕੈਂਸਲ ਤਾਂ ਨਹੀਂ ਕਰਵਾ ਰਹੇ। ਤਾਂ ਮੈਂ ਇੱਥੇ ਇੱਕ ਗੱਲ ਤੁਹਾਨੂੰ ਸਾਰੇ ਸਾਥੀਆਂ ਨੂੰ ਇਹ ਦੱਸ ਦਿਆਂ ਕਿ 2364 ਪੋਸਟਾਂ ਸਾਨੂੰ 4 ਸਾਲ ਹੋ ਗਏ ਆ ਲੜਦਿਆਂ ਨੂੰ ਸਰਕਾਰ ਦੇ ਨਾਲ। ਸਿਰਫ ਨਿਗੁਣੀਆਂ ਜਿਹੀਆਂ ਪੋਸਟਾਂ ਸਾਨੂੰ ਜਿਹੜੀਆਂ ਮਿਲੀਆਂ 2364 ਪੋਸਟਾਂ, ਜਿੰਦੇ 'ਚ ਬੈਕਲੌਗ ਐਸਸੀ ਦਾ ਸਾਡੇ ਭਰਾਵਾਂ ਨੇ ਵੀ ਮਿਹਨਤ ਬਹੁਤ ਕੀਤੀ। 664 ਦੇ ਕਰੀਬ ਜਿਹੜੀਆਂ ਉਹਨਾਂ ਭਰਾਵਾਂ ਨੇ ਜਿਹੜੀ ਮਿਹਨਤ ਕਰਕੇ ਇਹਦੇ ਵਿੱਚ ਨਾਲ ਪੋਸਟਾਂ ਜਿਹੜੀਆਂ ਜੋੜੀਆਂ ਗਈਆਂ, ਉਹ ਵੀ ਇਸ 2364 ਪੋਸਟਾਂ ਦੇ ਵਿੱਚ ਹੀ ਹਨ। ਤਾਂ ਸਾਥੀਓ, ਤੁਹਾਨੂੰ ਮੈਂ ਗੱਲ ਕਹਿ ਦਿਆਂ ਕਿ ਈਟੀਟੀ ਯੂਨੀਅਨ ਹੈ ਜਿਹੜੀ, ਉਹ ਸਿਰਫ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਲਈ ਤੇ ਇਨਸਾਫ ਦੇਣ ਦੇ ਲਈ ਉਹ ਲੜ ਰਹੀ ਹੈ, ਨਾ ਕਿ ਮਿਲੀਆਂ ਹੋਈਆਂ ਪੋਸਟਾਂ ਨੂੰ ਰੱਦ ਕਰਵਾਉਣ ਦੇ ਲਈ। ਸੋ ਅਜੇ ਤੱਕ ਵੀ ਕਿਸੇ ਦੇ ਵੀ ਯੂਨੀਅਨ ਆਗੂ, ਚਾਹੇ ਸਾਡੇ ਨਾਲ ਜੋ ਵਰਕਰ, ਜੋ ਸਾਡੇ ਸਾਥੀ ਜਿਹੜੇ ਹੈ, ਉਹ ਸਾਡੇ ਨਾਲ ਜਿਹੜਾ ਹਰੇਕ ਪ੍ਰੋਟੈਸਟ ਦੇ ਵਿੱਚ ਜਾਂਦੇ ਆ, ਤਾਂ ਉਹਨਾਂ ਦੇ ਮੂੰਹ ਦੇ ਵਿੱਚੋਂ ਵੀ ਹਜੇ ਤੱਕ ਇਹ ਲਫ਼ਜ਼ ਨਹੀਂ ਨਿਕਲਿਆ ਕਿ ਇਸ ਭਰਤੀ ਨੂੰ ਜਿਹੜਾ ਉਹ ਰੱਦ ਕਰਵਾਇਆ ਜਾਵੇ। ਕਿਉਂਕਿ ਇਸ ਭਰਤੀ ਦੇ ਵਿੱਚ ਬਹੁਤ ਸਾਰਾ ਜਿਹੜਾ ਕਸ਼ਟ ਇਹਨਾਂ ਸਾਥੀਆਂ ਨੇ ਇਹਨਾਂ ਸਰੀਰਾਂ ਦੇ ਉੱਪਰ ਹੰਢਾਇਆ ਹੈ। ਇਹ 2364 ਪੋਸਟਾਂ ਕੋਈ ਇਹ ਨਾ ਕਹਿ ਦਈਏ ਕਿ ਘਰ ਵਿੱਚ ਬੈਠ ਕੇ ਹੀ ਇਹ ਪੋਸਟਾਂ ਮਿਲੀਆਂ ਨੇ। ਆਪਣੇ ਸਾਥੀ ਟੈਂਕੀ ਤੇ ਡਟੇ ਰਹੇ, 3 ਮਹੀਨਿਆਂ ਤੋਂ ਉੱਪਰ ਜਿਹੜੇ ਦਿਨ ਉਹ ਬੈਠੇ ਰਹੇ। ਸਾਡੀਆਂ 3 ਭੈਣਾਂ ਜਿਹੜੀਆਂ ਉਹ ਵੀ ਟੈਂਕੀ ਦੇ ਉੱਪਰ ਹੀ ਉਹਨਾਂ ਦੇ ਨਾਲ ਜਿਹੜੀਆਂ, ਦੇਖੋ ਕਿੰਨੀ ਔਖਾਈ ਦੇ ਟਾਈਮ ਦੇ ਵਿੱਚ ਜਿਹੜੇ ਉਹ ਬੈਠੇ ਰਹੇ। ਤਾਂ ਇਹ 2364 ਜਿਹੜੀਆਂ ਪੋਸਟਾਂ ਸਾਨੂੰ ਜਿਹੜੀਆਂ ਸਰਕਾਰ ਵੱਲੋਂ ਮਿਲੀਆਂ। ਤਾਂ ਮੈਂ ਸਾਥੀਓ ਤੁਹਾਨੂੰ
ਗੱਲ ਕਹਿਣਾ ਚਾਹਣਾ ਕਿ ਤੁਸੀਂ ਇਹਨਾਂ ਅਫਵਾਹਾਂ ਤੋਂ ਬਚੋ ਕਿ 2364 ਪੋਸਟਾਂ ਨੂੰ ਯੂਨੀਅਨ ਵੱਲੋਂ ਰੱਦ ਕਰਵਾ ਕੇ ਤੇ ਨਵੀਂ ਭਰਤੀ ਜਿਹੜੀ ਹੈ ਨਵੇਂ ਰੂਲਾਂ ਦੇ ਮੁਤਾਬਕ ਲੈਣਾ ਚਾਹੁੰਦੀ ਹੈ। ਤਾਂ ਸਾਥੀਓ, ਸਾਡਾ ਯੂਨੀਅਨ ਦਾ ਵੱਲੋਂ ਇਹ ਫੈਸਲੇ ਹੋਇਆ ਹੈ ਕਿ ਵੱਧ ਤੋਂ ਵੱਧ ਨਵੀਂ ਭਰਤੀ ਦਾ ਜਿਹੜਾ ਹੈ ਸਰਕਾਰ ਕੋਲੋਂ ਨੋਟੀਫਿਕੇਸ਼ਨ ਲਿਆ ਜਾਵੇ। ਤਾਂ 2364 ਪੋਸਟਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਜਿਹੜਾ ਹੈ ਪੂਰਾ ਤੋੜ ਤੱਕ ਜਿਹੜਾ ਹੈ ਉਹ ਸਿਰੇ ਤੱਕ ਜਿਹੜਾ ਉਹ ਲਾਇਆ ਜਾਵੇ। ਜੋ ਸਾਡੇ ਈਟੀਟੀ ਵਾਲੇ ਸਾਥੀ ਹੈ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ। ਸੋ ਸਾਥੀਓ, ਅਸੀਂ ਸਾਡੀ ਜੋ ਵੀ ਜਥੇਬੰਦੀ ਹੈ ਉਹ ਇਹ 2364 ਪੋਸਟਾਂ ਨੂੰ ਸਰਕਾਰ ਕੋਲੋਂ ਕਢਵਾਉਣ ਦੇ ਲਈ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ। ਆਪਦੇ ਉੱਪਰ ਜਿਹੜੇ ਉਹ ਪਰਚੇ ਵੀ ਜਿਹੜੇ ਆ ਉਹ ਪਵਾਇਆ। ਕੋਈ ਕਿਸੇ ਤਰ੍ਹਾਂ ਦਾ ਅਸੀਂ ਇਹ ਨਾ ਕਹਿ ਦਈਏ ਵੀ ਅਸੀਂ ਤੁਹਾਡੇ ਤੇ ਜਿਹੜਾ ਉਹ ਆਸਾਨ ਕੀਤਾ ਹੈ, ਪਰੰਤੂ ਇਸ ਪੋਸਟਾਂ ਦੇ ਵਿੱਚ ਇਹਨੂੰ ਪੋਸਟਾਂ ਨੂੰ ਲੈਣ ਦੇ ਲਈ ਬਹੁਤ ਸਾਰੇ ਕਸ਼ਟ ਜ਼ਰੂਰ ਸਹਿ ਹੈ। ਸੋ ਇਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਦਿਨ ਰਾਤ ਕਰਨਾ ਪੈਂਦਾ ਹੈ। ਸੜਕਾਂ ਤੇ ਸਾਰੀ ਰਾਤ ਨਹੀਂ ਸੋਇਆ ਜਾਂਦਾ। ਜਦੋਂ ਘਰਾਂ ਦੇ ਵਿੱਚੋਂ ਨਿਕਲੀਦਾ ਹੈ ਤਾਂ ਘਰੋਂ ਪਰਿਵਾਰ ਫੋਨ ਕਰਦੇ ਆ ਕਿ ਤੁਸੀਂ ਹਜੇ ਤੱਕ ਕਿੱਥੇ ਪਹੁੰਚੇ ਹੋ, ਕਿੱਥੇ ਰਹਿ ਰਹੇ ਹੋ। ਪਰੰਤੂ ਪਰਿਵਾਰ ਨੂੰ ਕਈ ਵਾਰੀ ਘਰਾਂ ਦੇ ਵਿੱਚ ਇਹ ਦੱਸਣਾ ਪੈਂਦਾ ਕਿ ਅਸੀਂ ਆਪਦੇ ਜਿਹੜੇ ਟਿਕਾਣੇ ਤੇ ਅਸੀਂ ਬੈਠੇ ਹਾਂ, ਪਰੰਤੂ ਤੁਹਾਨੂੰ ਦੱਸ ਦਈਏ ਕਿ ਅਸੀਂ ਸੜਕਾਂ ਦੇ ਉੱਪਰ ਹੁੰਦੇ ਹਾਂ ਕਿ ਕਿਸ ਤਰ੍ਹਾਂ ਕਿੱਥੇ ਚੰਡੀਗੜ੍ਹ ਤੱਕ ਜਾਣਾ ਹੈ, ਕਿੱਥੇ ਮੰਤਰੀ ਨਾਲ ਜਾ ਕੇ ਮੀਟਿੰਗ ਕਰਨੀ ਹੈ। ਸੋ ਸਾਥੀਓ, ਬਹੁਤ ਸਾਰੀਆਂ ਖਵਾਈਆਂ ਔਖਾ ਹੋ ਕੇ ਜਿਹੜੀਆਂ 2364 ਪੋਸਟਾਂ ਜਿਹੜੀਆਂ ਉਹ ਸਾਨੂੰ ਮਿਲੀਆਂ ਨੇ, ਪਰੰਤੂ ਅਸੀਂ ਇਹਨਾਂ ਨੂੰ ਰੱਦ ਕਰਵਾਉਣ ਦੇ ਵਿੱਚ ਕਿਸੇ ਵੀ ਸਾਥੀ ਦਾ ਜੋ ਹੈ ਉਹ ਨਹੀਂ ਹੈ, ਨਾ ਹੀ ਰੱਦ ਹੋਣ ਦਿਆਂਗੇ, ਕਿਉਂਕਿ ਇਹ ਪੋਸਟਾਂ ਜਿਹੜੀਆਂ ਨੇ ਉਹ ਸਾਨੂੰ ਬਹੁਤ ਔਖਵਾਈ ਦੇ ਨਾਲ ਜਿਹੜੀਆਂ ਉਹ ਮਿਲੀਆਂ ਨੇ। ਅਸੀਂ ਇਸ ਪੋਸਟਾਂ ਨੂੰ ਜਿਹੜਾ ਹੈ ਤੋੜ ਤੱਕ ਜਿਹੜਾ ਉਹ ਸਿਰੇ ਜਿਹੜਾ ਹੈ ਉਹ ਲਵਾਵਾਂਗੇ ਜ਼ਰੂਰ। ਮੈਂ ਇੱਕ ਗੱਲ ਹੋਰ ਦੱਸ ਦਿਆਂ ਕਿ ਸਾਡੇ ਕੁਝ ਸਾਥੀਆਂ ਨੇ ਜਿਹੜੇ ਬੀਐਡ ਸਿਲੈਕਟਡ ਹੈਗੇ ਆ ਜਿਹੜੇ ਈਟੀਟੀ ਦੇ ਵਿੱਚ, ਤੇ ਉਹਨਾਂ ਨੇ ਕੱਲ ਦਾ ਜਾਂ ਪਰਸੋਂ ਦਾ ਮੇਰੇ ਸਾਹਮਣੇ ਕੋਈ ਪ੍ਰੋਟੈਸਟ ਰੱਖਿਆ ਸੀਗਾ। ਕੱਲ ਦਾ ਸੀਗਾ ਉਹਨਾਂ ਦਾ ਪ੍ਰੋਟੈਸਟ। ਉਸ ਪ੍ਰੋਟੈਸਟ ਦੇ ਵਿੱਚ ਠੀਕ ਹੈ, ਹਰੇਕ ਦਾ ਰਾਈਟ ਬਣਦਾ ਹੈ, ਉਹ ਆਪਦਾ ਪ੍ਰੋਟੈਸਟ ਜਿਹੜਾ ਉਹ ਕਰ ਸਕਦਾ ਹੈ। ਲੋਕਤੰਤਰ ਦੇ ਵਿੱਚ ਉਸ ਨੂੰ ਅਧਿਕਾਰ ਹੈ ਕਿ ਉਹ ਆਪਦੀ ਮੰਗ ਜਿਹੜੀ ਆ ਸਰਕਾਰ ਤੱਕ ਪਹੁੰਚਾ ਸਕਦਾ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਉਸ ਪ੍ਰੋਟੈਸਟ ਦੇ ਸਮੇਂ ਦੇ ਵਿੱਚ ਕੁਝ ਸਾਥੀਆਂ ਵੱਲੋਂ ਇਹ ਬੋਲਿਆ ਗਿਆ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕਿ ਭਰਤੀ ਨੂੰ ਸਿਰੇ ਨਾ ਲਾਉਣ ਦੇ ਕਾਰਨ ਉਹ ਅੱਜ ਟਾਵਰਾਂ ਤੇ ਬੈਠੇ ਨੇ ਜਾਂ ਨਹਿਰਾਂ ਦੇ ਵਿੱਚ ਛਾਲਾਂ ਮਾਰ ਰਹੇ ਨੇ। ਤਾਂ ਮੈਂ ਉਹਨਾਂ ਸਾਥੀਆਂ ਨੂੰ ਇਹ ਦੱਸ ਦਿਆਂ ਕਿ ਜਿਹੜੀਆਂ 2364 ਪੋਸਟਾਂ ਆਈਆਂ ਨੇ, ਜਿਹੜੀਆਂ ਮਿਲੀਆਂ ਨੇ, ਜਿੰਦੇ ਵਿੱਚ ਅੱਜ ਤੁਸੀਂ ਸਿਲੈਕਟ ਹੋਏ ਹੋ, ਉਹ 2364 ਪੋਸਟਾਂ ਇਹਨਾਂ ਸ਼ਰਾਰਤੀ ਅਨਸਰਾਂ ਨੇ ਹੀ ਕਢਾਈਆਂ ਨੇ। ਇਹ ਅਧਿਆਪਕ ਨੇ, ਕੋਈ ਸ਼ਰਾਰਤੀ ਅਨਸਰ ਨਹੀਂ ਗੇ। ਜੇਕਰ ਤੁਸੀਂ ਅੱਜ ਆਪਦੇ ਅਧਿਆਪਕਾਂ ਨੂੰ ਇੱਕ ਸ਼ਰਾਰਤੀ ਅਨਸਰ ਕਹਿ ਰਹੇ ਹੋ ਤਾਂ ਸਿੱਖਿਆ ਮੰਤਰੀ ਨੂੰ ਤੁਸੀਂ ਬਹੁਤ ਵਧੀਆ ਚੰਗਾ ਕਦਮ ਪੁੱਟਿਆ ਹੋਇਆ ਕਹਿ ਰਹੇ ਹੋ। ਤਾਂ ਇਹ ਇੱਕ ਅਧਿਆਪਕਾਂ ਨਾਲ ਆਪਸ ਦੇ ਵਿੱਚ ਲੜਾਉਣ ਵਾਲਾ ਜਿਹੜਾ ਸਰਕਾਰ ਚਾਹੁੰਦੀ ਹੈ ਉਹ ਕੁਝ ਅੱਜ ਸਫਲ ਹੋ ਰਹੀ ਹੈ ਇਸ ਤੁਹਾਡੇ ਬਿਆਨਾਂ ਤੇ। ਤਾਂ ਮੈਂ ਸਾਥੀਓ ਤੁਹਾਨੂੰ ਕਹਿਣਾ ਚਾਹਣਾ ਕਿ ਜਿਹੜੀ ਸ਼ਬਦਾਵਲੀ ਤੁਸੀਂ ਇਸ ਤਰੀਕੇ ਨਾਲ ਬੋਲਦੇ ਹੋ ਕਿ ਇਹਨਾਂ ਸ਼ਰਾਰਤੀਆਂ ਨੇ ਨਹਿਰਾਂ ਵਿੱਚ ਛਾਲਾਂ ਮਾਰੀਆਂ, ਇਹਨਾਂ ਸ਼ਰਾਰਤੀ ਜਿਹੜੇ ਉਹ ਟਾਵਰ ਤੇ ਚੜ੍ਹ ਗਏ, ਇਹ ਸ਼ਰਾਰਤੀ ਜਿਹੜੇ ਅਨਸਰ ਹੈ ਉਹ ਟੈਂਕੀਆਂ ਤੇ ਚੜ੍ਹ ਗਏ, ਤਾਂ ਇਹ ਜਿਹੜੀਆਂ 2364 ਪੋਸਟਾਂ ਦੇ ਵਿੱਚ ਅੱਜ ਤੁਸੀਂ ਕੰਸੀਡਰ ਹੋ ਰਹੇ ਹੋ, ਚਾਹੇ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਈਟੀਟੀ ਵਾਲਿਆਂ ਨਾਲ, ਪਰੰਤੂ ਇਹ ਈਟੀਟੀ ਵਾਲਿਆਂ ਦੀ ਹੀ ਦੇਣ ਹੈ ਜਿਨ੍ਹਾਂ ਦੇ ਵਿੱਚ ਅੱਜ ਤੁਸੀਂ ਕੰਸੀਡਰ ਹੋ ਰਹੇ ਹੋ। ਤਾਂ ਮੈਂ ਸਾਥੀਓ ਤੁਹਾਨੂੰ ਦੱਸ ਦਿਆਂ ਕਿ ਕੁਝ ਲੋਕ ਕਹਿ ਰਹੇ ਹੈ, ਚਾਹੇ ਉਹ
ਕੋਈ ਵੀ ਹੋਵੇ ਕਿ ਜਿਹੜੀ 2364 ਪੋਸਟ ਨੂੰ ਜਿਹੜਾ ਈਟੀਟੀ ਵੱਲੋਂ ਪ੍ਰੋਟੈਸਟ ਕਰਕੇ ਜਿਹੜਾ ਉਹ ਰੋਕਿਆ ਜਾ ਰਿਹਾ ਹੈ, ਤਾਂ ਇਹ ਗੱਲ ਜਿਹੜੀ ਹੈ ਉਹ ਬਿਲਕੁਲ ਗਲਤ ਹੈ। ਕਿਉਂਕਿ ਇਸ ਪੋਸਟ ਤੇ ਈਟੀਟੀ ਵੱਲੋਂ ਕੋਈ ਕੇਸ ਇਸ ਤਰ੍ਹਾਂ ਦਾ ਨਹੀਂ ਲਾਇਆ ਹੋਇਆ ਕਿ ਜਿਹੜਾ ਸਟੇ ਲੱਗਿਆ ਹੋਵੇ। ਤੁਹਾਨੂੰ ਮੈਂ ਇੱਕ ਗੱਲ ਸ਼ੇਅਰ ਕਰ ਦਿਆਂ ਕਿ ਸਟੇ ਜਿਹੜਾ ਹੈ ਉਹ ਅੱਜ ਵੀ ਜਿਹੜੀ ਦਲਜੀਤ ਕੌਰ ਲੜਕੀ ਹੈ ਬੀਐਡ ਵਾਲੀ ਹੈ ਉਹਨਾਂ ਤੇ ਜਿਹੜਾ ਉਹ ਕੇਸ ਜਿਹੜਾ ਉਹ ਲੱਗਿਆ ਹੋਇਆ, ਉਸ ਤੇ ਸਟੇ ਮਿਲਿਆ ਹੋਇਆ ਹੈ। ਕਿਸੇ ਤਰ੍ਹਾਂ ਦਾ ਵੀ ਸਟੇ ਜਿਹੜਾ ਹੈ ਉਹ ਈਟੀਟੀ ਯੂਨੀਅਨ ਦੇ ਵੱਲੋਂ ਜਿਹੜਾ ਉਹ ਨਹੀਂ ਲਿੱਤਾ ਗਿਆ, ਕਿਉਂਕਿ ਈਟੀਟੀ ਜਿਹੜੀ ਹੈ ਯੂਨੀਅਨ ਹੈ ਉਹ ਹੁਣ ਪੋਸਟਾਂ ਨੂੰ ਸਿਰੇ ਤੱਕ ਲਗਾਉਣੀ ਚਾਹੁੰਦੀ ਹੈ, ਜਿੰਦੇ ਵਿੱਚ ਈਟੀਟੀ ਨੂੰ ਜਿਹੜੀ ਉਹ ਪ੍ਰੈਫਰੈਂਸ ਜਿਹੜੀ ਉਹ ਦਿੱਤੀ ਜਾਵੇ। ਸੋ ਸਾਥੀਓ, ਅੱਜ ਸਵੇਰ ਦੇ ਜਿਹੜੇ ਫੋਨ ਆ ਰਹੇ ਸੀਗੇ, ਅਫਵਾਹਾਂ ਜਿਹੜੀਆਂ ਉੱਡ ਰਹੀਆਂ ਸੀ ਕਿ ਕਿਸੇ ਤਰ੍ਹਾਂ ਈਟੀਟੀ ਯੂਨੀਅਨ ਨੂੰ ਆਗੂਆਂ ਨੂੰ ਬਦਨਾਮ ਕੀਤਾ ਜਾਵੇ, ਕਿ ਈਟੀਟੀ ਦੀਆਂ ਪੋਸਟਾਂ ਨੂੰ 2364 ਪੋਸਟਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਨੇ। ਤਾਂ ਮੈਂ ਤੁਹਾਡੀ ਇਹ ਗਲਤਫਹਿਮੀ ਜਿਹੜੀ ਹੈ ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਚੱਲ ਰਹੀ ਹੈ, ਤਾਂ ਮੈਂ ਅੱਜ ਲਾਈਵ ਹੋਣ ਦਾ ਮੇਰਾ ਮਕਸਦ ਸੀਗਾ ਤੁਹਾਡੇ ਸਾਰਿਆਂ ਤੱਕ ਇਹ ਮੈਸੇਜ ਪਹੁੰਚਾਵਾਂ ਕਿ 2364 ਪੋਸਟ ਨੂੰ ਈਟੀਟੀ ਯੂਨੀਅਨ ਦੇ ਆਗੂਆਂ ਵੱਲੋਂ ਕਿਸੇ ਤਰੀਕੇ ਦੇ ਨਾਲ ਰੱਦ ਨਹੀਂ ਕਰਵਾਇਆ ਜਾਊਗਾ। ਈਟੀਟੀ ਨੂੰ ਪ੍ਰੈਫਰੈਂਸ ਦੇ ਕੇ ਜਿਹੜਾ ਇਸ ਦਾ ਹੱਲ ਜਿਹੜਾ ਹੈ ਉਹ ਜ਼ਰੂਰ ਕਢਾਇਆ ਜਾਊਗਾ। ਨਵੀਂ ਭਰਤੀ ਹੈ ਜਿਹੜੀ ਵੱਧ ਤੋਂ ਵੱਧ ਪੋਸਟਾਂ ਲੈ ਕੇ ਇਸ ਦੇ ਵਿੱਚ ਜਿਹੜਾ ਹੈ ਬੇਰੁਜ਼ਗਾਰ ਜਿਹੜੇ ਟੈਟ ਪਾਸ ਨੇ ਜਿਹੜੇ ਉਹਨਾਂ ਨੂੰ ਜਿਹੜਾ ਰੁਜ਼ਗਾਰ ਦਿਵਾਉਣ ਦੀ ਪੂਰੀ ਜਿਹੜੀ ਹੈ ਤਨਦੇਹੀ ਨਾਲ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਜਾਊਗੀ। ਸੋ ਸਾਥੀਓ, ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਰਕਾਰ ਦੇ ਵੱਲੋਂ ਸਾਡੇ ਨਾਲ ਮੀਟਿੰਗ ਦੇ ਵਿੱਚ ਗੱਲਾਂ ਹੋਈਆਂ ਸੀ। ਤੁਹਾਨੂੰ ਦੱਸ ਦਈਏ ਕਿ ਉਹਦੇ ਵਿੱਚ ਅਸੀਂ ਓਹਲਾ ਨਹੀਂ ਰੱਖਣਾ ਚਾਹੁੰਦੇ ਕਿ ਤੁਹਾਨੂੰ ਪਤਾ ਨਾ ਹੋਵੇ ਕਿ ਈਟੀਟੀ ਯੂਨੀਅਨ ਜਿਹੜੀ ਹੈ ਉਹ ਕਰ ਰਹੀ ਹੈ। ਉਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਆਪਣੇ ਕੁਝ ਮਸਲਿਆਂ ਤੇ ਜਿਹੜਾ ਹੈ ਸਰਕਾਰ ਸਹਿਮਤ ਹੈ, ਉਸ ਦਾ ਹੱਲ ਜਿਹੜਾ ਉਹ ਜ਼ਰੂਰ ਹੋਊਗਾ। ਤੇ ਆਪਣੇ ਕੋਲ ਕੁਝ ਸਮਾਂ ਜਿਹੜਾ ਹੈ ਸਰਕਾਰ ਨੇ ਮੰਗਿਆ ਹੈ ਕਿ ਕੁਝ ਨਾ ਕੋਈ ਟਾਈਮ ਜਿਹੜਾ ਹੈ ਉਹ ਲੱਗਦਾ ਜ਼ਰੂਰ ਹੈ, ਪਰੰਤੂ ਤੁਹਾਡਾ ਹੱਲ ਜਿਹੜਾ ਹੈ ਉਹ ਅਸੀਂ ਜ਼ਰੂਰ ਕਰਾਂਗੇ। ਸੋ ਸਾਥੀਓ, ਆਪਾਂ ਵੀ ਕੁਝ ਸਮਾਂ ਜਿਹੜਾ ਹੈ ਉਹ ਸਰਕਾਰ ਨੂੰ ਦਿੱਤਾ ਹੋਇਆ ਹੈ ਕਿ ਇਸ ਸਮੇਂ ਦੇ ਵਿੱਚ ਜੇ ਸਾਡਾ ਹੱਲ ਨਹੀਂ ਹੁੰਦਾ ਤਾਂ ਉਸ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਫਿਰ ਸਰਕਾਰ ਹੋਊਗੀ। ਸਾਡੇ ਪ੍ਰੋਟੈਸਟ ਜਿਹੜੇ ਹੈ ਜਿਉਂ ਦੀ ਤਿਉਂ ਫਿਰ ਚੱਲਣਗੇ। ਰੈਗੂਲਰ ਸਾਡਾ ਪ੍ਰੋਟੈਸਟ ਜਿਹੜਾ ਹੈ ਟਾਵਰ ਤੇ ਵੀ ਚੱਲ ਰਿਹਾ ਹੈ ਤੇ ਸੰਗਰੂਰ ਡੀਸੀ ਦਫ਼ਤਰ ਦੇ ਬਾਹਰ ਵੀ ਜਿਹੜਾ ਉਹ ਚੱਲ ਰਿਹਾ, ਤੇ ਇਸ ਨੂੰ ਜਿਹੜਾ ਹੋਰ ਵੀ ਤਿੱਖਾ ਰੂਪ ਜਿਹੜਾ ਉਹ ਦਿੱਤਾ ਜਾ ਸਕਦਾ ਹੈ ਜੇਕਰ ਸਾਡਾ ਇਹ ਸਮਾਂ ਮੰਗਿਆ ਹੋਇਆ, ਜੇਕਰ ਉਸ ਦੇ ਵਿੱਚ ਜਿਹੜਾ ਸਾਡਾ ਹੱਲ ਜੇਕਰ ਨਹੀਂ ਕੀਤਾ ਜਾਂਦਾ। ਤਾਂ ਸਾਥੀਓ, ਰੈਡੀ ਰਹੋ, ਤਿਆਰ ਰਹੋ। ਕਮੇਟੀ ਦੀ ਜਿਹੜੀ ਸਟੇਟ ਕਮੇਟੀ ਹੈ ਈਟੀਟੀ ਦੀ ਯੂਨੀਅਨ ਦੀ, ਉਸ ਲਈ ਕੋਈ ਸਮਾਂ ਜਿਹੜਾ ਹੈ ਇੱਕ ਜਿਹੜਾ ਮੀਟਿੰਗ ਜਿਹੜਾ ਉਹ ਰੱਖੀ ਜਾਊਗੀ। ਉਸ ਮੀਟਿੰਗ ਦੇ ਵਿੱਚ ਕੁਝ ਫੈਸਲੇ ਜਿਹੜੇ ਹੈ ਉਹ ਲੈ ਜਾਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰਕਾਰ ਸਾਡੇ ਬਾਰੇ ਕੋਈ ਸਹੀ ਫੈਸਲਾ ਨਹੀਂ ਲੈਂਦੀ ਤਾਂ ਅਸੀਂ ਜਿਹੜਾ ਹੈ ਅਗਲਾ ਕਦਮ ਜਿਹੜਾ ਹੈ ਅਗਲਾ ਪ੍ਰੋਟੈਸਟ ਜਿਹੜਾ ਉਹ ਅਸੀਂ ਜ਼ਰੂਰ ਜਿਹੜਾ ਇੱਕ ਤਿੱਖੇ ਰੂਪ ਦੇ ਵਿੱਚ ਜਿਹੜਾ ਉਹ ਲਵਾਂਗੇ, ਚਾਹੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਾਨੂੰ ਭੁਗਤਾਨ ਜਿਹੜਾ ਉਹ ਭੁਗਤਣਾ ਪਵੇ, ਕਿਉਂਕਿ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਹੈ ਕਿ ਘਰ ਘਰ ਜਿਹੜੀ ਹੈ ਉਹ ਨੌਕਰੀ ਦੇਣ ਦਾ ਜਿਹੜਾ ਵਾਅਦਾ ਕੀਤਾ ਹੈ ਉਹ ਵਾਅਦੇ ਤੋਂ ਜਿਹੜੀ ਉਹ ਭੱਜ ਰਹੀ ਹੈ, ਤੇ ਸਾਡੇ ਨਾਲ ਈਟੀਟੀ ਯੂਨੀਅਨ ਦੇ ਨਾਲ ਜਿਹੜਾ ਹੈ ਉਹ ਸ਼ਰੇਆਮ ਜਿਹੜਾ ਹੈ ਉਹ ਧੱਕੇਸ਼ਾਹੀ ਜਿਹੜੀ ਉਹ ਕੀਤੀ ਜਾ ਰਹੀ ਹੈ। ਸੋ ਅਸੀਂ ਹਮੇਸ਼ਾ ਵਾਸਤੇ ਸਾਰਿਆਂ ਦੇ ਹੱਕ ਦੇ ਲਈ ਜਿਹੜੀ ਹੈ ਉਹ ਅਸੀਂ ਗੱਲ ਕਰ ਰਹੇ ਹਾਂ। ਸੋ ਇੱਥੋਂ ਤੱਕ ਕਿ ਜਿਹੜੇ ਸਾਡੇ ਈਜੀਐਸ ਵਲੰਟੀਅਰ ਹੈਗੇ ਆ ਜਾਂ ਐਜੂਕੇਸ਼ਨ ਪ੍ਰੋਵਾਈਡਰ ਜਿਹੜੇ ਹੈਗੇ ਆ, ਅਸੀਂ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਰੁਜ਼ਗਾਰ ਨਾ ਮਿਲੇ। ਅਸੀਂ ਹਮੇਸ਼ਾ ਵਾਸਤੇ ਇਹੋ ਹੀ ਗੱਲ ਸਰਕਾਰ ਦੇ ਅੱਗੇ ਵੀ ਰੱਖੀ ਹੈ। ਤਾਂ ਜਿੱਥੇ ਵੀ ਜਾਈਏ, ਚਾਹੇ ਉਹ ਸਾਡਾ ਕੋਈ ਪ੍ਰੋਟੈਸਟ ਹੋਵੇ, ਰੈਲੀ ਹੋਵੇ, ਸੰਬੋਧਨ ਕਰੀਏ, ਉੱਥੇ ਵੀ ਅਸੀਂ ਇਹ ਗੱਲ ਕਰਦੇ ਹਾਂ ਕਿ ਜਿਹੜੇ 13-14 ਸਾਲਾਂ ਤੋਂ ਜਿਹੜੇ ਥੋੜ੍ਹੀਆਂ ਨਿਗੁਣੀਆਂ ਤਨਖਾਹਾਂ ਤੇ ਜਿਹੜੇ ਉਹ ਪੜ੍ਹਾ ਰਹੇ ਨੇ, ਸਕੂਲਾਂ ਦੇ ਵਿੱਚ ਕੰਮ ਕਰ ਰਹੇ ਨੇ, ਤਾਂ ਉਹਨਾਂ ਨੂੰ ਰੁਜ਼ਗਾਰ ਜਿਹੜਾ ਪੱਕਾ ਜਿਹੜਾ ਉਹ ਮਿਲਣਾ ਚਾਹੀਦਾ ਹੈ। ਕਿਤੇ ਨਾ ਕਿਤੇ
ਇਹ ਸਰਕਾਰ ਦੀ ਜਿਹੜੀ ਉਹ ਨਲਾਇਕੀ ਹੈ, ਤੁਹਾਨੂੰ ਉਹਨਾਂ ਨੇ ਰੈਗੂਲਰ ਨਹੀਂ ਕੀਤਾ। ਤਾਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜੀਆਂ 8393 ਜਿਹੜੀਆਂ ਪੋਸਟਾਂ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ। ਤਾਂ ਜਿਹੜੀ ਈਟੀਟੀ ਦੀ ਪੋਸਟ ਹੈ ਉਹ ਫਰੈਸ਼ ਕਰਕੇ ਈਟੀਟੀ ਨੂੰ ਜਿਹੜੀ ਹੈ ਉਹ ਦਿੱਤੀ ਜਾਵੇ, ਤਾਂ ਜੋ ਈਟੀਟੀ ਵਾਲੇ ਜਿਹੜੇ ਸਾਥੀ ਹੈ ਉਹ ਸਿਰਫ ਈਟੀਟੀ ਤੇ ਹੀ ਕੰਸੀਡਰ ਹੋਣ। ਕਿਉਂਕਿ ਤੁਹਾਡੇ ਨਾਲ ਮੈਂ ਇੱਕ ਗੱਲ ਸ਼ੇਅਰ ਕਰਦੇ ਹਾਂ, ਜਿਹੜੇ ਸਾਡੇ ਸਾਥੀ ਜੀਐਸ ਜਾਂ ਸਿੱਖਿਆ ਪ੍ਰੋਵਾਈਡਰ ਹੈਗੇ ਆ, ਅਸੀਂ ਤੁਹਾਡੀ ਪੋਸਟਾਂ ਦੇ ਲੈਣ ਦੇ ਚਾਹਵਾਨ ਨਹੀਂ ਗੇ। ਕਿਉਂਕਿ ਜੇਕਰ ਈਟੀਟੀ ਦਾ ਹੱਕ ਜਿਹੜਾ ਮਾਰਿਆ ਜਾ ਰਿਹਾ ਹੈ, ਉਸ ਦੇ ਲਈ ਕੁਝ ਸਾਡੇ ਸਾਥੀ ਇਹ ਕਹਿ ਰਹੇ ਨੇ ਕਿ ਜੇਕਰ ਬੀਐਡ ਸਾਡੇ ਵਿੱਚ ਕੰਸੀਡਰ ਹੁੰਦੀ ਹੈ ਤਾਂ ਈਟੀਟੀ ਵਾਲੇ ਐਨਟੀਟੀ ਦੇ ਵਿੱਚ ਕੰਸੀਡਰ ਕਿਉਂ ਨਹੀਂ ਹੋ ਸਕਦੇ। ਸੋ ਸਾਡਾ ਇਹ ਮਕਸਦ ਨਹੀਂਗਾ। ਅਸੀਂ ਸਾਰਿਆਂ ਦੇ ਹੱਕ ਦੇ ਗੱਲ ਕਰਦੇ ਹਾਂ। ਜੇਕਰ ਸਰਕਾਰ ਨੇ ਤੁਹਾਡੇ ਨਾਲ ਵਾਅਦੇ ਕੀਤੇ ਸੀ ਤਾਂ ਉਹ ਵਾਅਦਿਆਂ ਤੋਂ ਭੱਜ ਰਹੀ ਹੈ, ਤਾਂ ਤੁਹਾਨੂੰ ਸਾਰਿਆਂ ਨੂੰ ਇਹ ਚਾਹੀਦਾ ਕਿ ਸਰਕਾਰ ਦੇ ਨਾਲ ਟੱਕਰ ਲੈ ਕੇ ਸਰਕਾਰ ਦੇ ਕੋਲ ਮੰਗ ਰੱਖਣੀ ਚਾਹੀਦੀ ਹੈ, ਨਾ ਕਿ ਤੁਸੀਂ ਈਟੀਟੀ ਵਾਲਿਆਂ ਨਾਲ ਟੱਕਰ ਲਓ, ਈਟੀਟੀ ਵਾਲਿਆਂ ਨਾਲ ਲੜਾਈ ਕਰੋ। ਈਟੀਟੀ ਵਾਲਿਆਂ ਤੇ ਤਰ੍ਹਾਂ ਤਰ੍ਹਾਂ ਦੇ ਲਫ਼ਜ਼ ਜਿਹੜੇ ਆਡੀਓ ਵੀਡੀਓ ਜਿਹੜੀ ਵਾਇਰਲ ਕਰਕੇ ਤਾਂ ਤੁਹਾਨੂੰ ਜਿਹੜਾ ਉਹ ਕੁਝ ਨਹੀਂ ਮਿਲਣਾ। ਤਾਂ ਮੈਂ ਵਾਰ-ਵਾਰ ਤੁਹਾਨੂੰ ਇਹ ਵੀ ਸਲਾਹ ਦਿੰਦਾ ਕਿ ਤੁਸੀਂ ਜੇਕਰ ਇਹਨਾਂ ਪੋਸਟਾਂ ਤੇ ਸਫਲ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਰਕਾਰ ਦੇ ਨਾਲ ਜਿਹੜੀ ਉਹ ਗੱਲਬਾਤ ਕਰਨੀ ਚਾਹੀਦੀ ਹੈ। ਕਿਉਂਕਿ ਸਾਡਾ ਜਿਹੜਾ ਮਕਸਦ ਹੈ, ਅਸੀਂ ਆਦੇ ਇਨਸਾਫ ਦੀ ਗੱਲ ਕਰਦੇ ਹਾਂ। ਜੇਕਰ ਸਰਕਾਰ ਤੁਹਾਨੂੰ ਰੈਗੂਲਰ ਕਰਨਾ ਚਾਹੁੰਦੀ ਤਾਂ ਅਕਾਲੀ ਸਰਕਾਰ ਨੇ 10 ਸਾਲ ਜਿਹੜੇ ਹੈ ਉਹ ਲੰਘਾ ਦਿੱਤੇ, ਤਾਂ ਹੁਣ ਵੀ 4 ਸਾਲ ਜਿਹੜੇ ਹੈ ਤੁਹਾਡੇ ਘਰਾਂ ਦੇ ਵਿੱਚ ਬਿਠਾ ਕੇ ਜਿਹੜੇ ਉਹਨਾਂ ਨੇ ਸਮਾਂ ਜਿਹੜਾ ਤੁਹਾਡਾ ਬਰਬਾਦ ਕਰਤਾ। ਅੱਜ ਵੀ ਤੁਸੀਂ ਉੱਥੇ ਹੀ ਖੜੇ ਹੋ, ਚਾਹੇ ਤੁਹਾਨੂੰ ਇਹਨਾਂ ਪੋਸਟਾਂ ਤੇ ਹੀ ਸਰਕਾਰ ਨੂੰ ਰੈਗੂਲਰ ਕਰਨਾ ਚਾਹੀਦਾ ਸੀ, ਪਰੰਤੂ ਤੁਹਾਨੂੰ ਠੰਡੇ ਬਸਤੇ ਦੇ ਵਿੱਚ ਪਾ ਕੇ ਤਾਂ ਅੱਜ ਇਸ ਥਾਂ ਤੇ ਲਿਆ ਕੇ ਖੜੇ ਕਰ ਦਿੱਤਾ ਹੈ ਕਿ ਅਧਿਆਪਕ ਨੂੰ ਜਿਹੜਾ ਅਧਿਆਪਕ ਦੇ ਨਾਲ ਜਿਹੜਾ ਉਹ ਲੜਾ ਦਿੱਤਾ ਗਿਆ ਹੈ। ਸੋ ਜਿਹੜਾ ਈਟੀਟੀ ਦਾ ਮਸਲਾ ਹੈ ਉਹ ਸਿਰਫ ਈਟੀਟੀ ਵਾਲਿਆਂ ਨੇ ਜਿਹੜੇ ਇੰਨੀ ਤਸ਼ੱਦਦ ਸਹਿ ਕੇ ਜਿਹੜਾ ਇੰਨਾ ਕੁਝ ਕਰਕੇ ਪਰਚੇ ਕਰਾ ਕੇ, ਚਾਹੇ ਉਹਨਾਂ ਦੇ ਉੱਪਰ ਲਾਠੀਆਂ ਪਈਆਂ ਨੇ, ਜਿਹੜੀਆਂ 2364 ਪੋਸਟਾਂ ਲੈਣੀਆਂ ਜਿਹੜੀਆਂ ਸਰਕਾਰ ਕੋਲੋਂ ਮਿਲੀਆਂ ਨੇ, ਹਮੇਸ਼ਾ ਵਾਸਤੇ ਉਹ ਸਿਰਫ ਆਦੇ ਇਨਸਾਫ ਦੀ ਗੱਲ ਕਰਦੇ ਆ ਕਿ ਇੱਥੇ ਜਿਨ੍ਹਾਂ ਨੇ ਸੰਘਰਸ਼ ਕੀਤਾ ਹੈ ਸਿਰਫ ਉਹਨਾਂ ਨੂੰ ਇਹ ਪੋਸਟਾਂ ਮਿਲਣੀਆਂ ਚਾਹੀਦੀਆਂ ਨੇ। ਸੋ ਸਾਥੀਓ, ਅਸੀਂ ਸਰਕਾਰ ਦੇ ਕੋਲੋਂ 12,000 ਦੀ ਨਵੀਂ ਭਰਤੀ ਦਾ ਜਿਹੜਾ ਹੈ ਨੋਟੀਫਿਕੇਸ਼ਨ ਦੀ ਜਿਹੜੀ ਉਹ ਮੰਗ ਕੀਤੀ ਹੋਈ ਹੈ। ਤਾਂ ਅਸੀਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਿਆ ਅਸੀਂ ਇੰਨੀ ਕੋਸ਼ਿਸ਼ ਕਰਾਂਗੇ ਕਿ ਈਟੀਟੀ ਯੂਨੀਅਨ ਵੱਲੋਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜੀ ਨਵੀਂ ਭਰਤੀ ਜਿਹੜੀ ਆ ਰਹੀ ਹੈ ਉਹਦੇ ਵਿੱਚ ਅਸੀਂ ਸਰਕਾਰ ਦੇ ਕੋਲੋਂ ਇਹ ਪੋਸਟਾਂ ਜਿਹੜੀਆਂ ਉਹ ਕਢਵਾ ਸਕੀਏ, ਤਾਂ ਈਟੀਟੀ ਨੂੰ ਪ੍ਰੈਫਰੈਂਸ ਜਿਹੜੀ ਉਹ ਦਵਾ ਕੇ ਉਹਨਾਂ ਦੇ ਉੱਪਰ ਜਿਹੜੇ ਬੇਰੁਜ਼ਗਾਰ ਈਟੀਟੀ ਵਾਲੇ ਨੇ ਉਹਨਾਂ ਨੂੰ ਜਿਹੜਾ ਉਹ ਉੱਥੇ ਹੀ ਸੈਟਲ ਜਿਹੜਾ ਉਹ ਕੀਤਾ ਜਾਵੇ। ਤਾਂ ਸਾਥੀਓ, ਇਸ ਗੱਲ ਦਾ ਤੁਸੀਂ ਭੁਲੇਖਾ ਨਹੀਂ ਰੱਖਣਾ। ਮੈਂ ਅੱਜ ਫਿਰ ਦੁਬਾਰਾ ਤੁਹਾਨੂੰ ਇਹ ਕਹਿ ਰਿਹਾ ਸੀਗਾ ਕਿ ਆਪਣੀ ਜਿਹੜੀ 2364 ਪੋਸਟ ਹੈ, ਸਿਰਫ 2364 ਪੋਸਟ ਤੇ ਜਿਨ੍ਹਾਂ ਦਾ ਹੱਕ ਬਣਦਾ ਹੈ ਈਟੀਟੀ ਵਾਲਿਆਂ ਦਾ, ਉਹਨਾਂ ਨੂੰ ਹੀ ਅਸੀਂ ਕੰਸੀਡਰ ਹਰ ਹਾਲਤ ਵਿੱਚ ਜਿਹੜਾ ਉਹ ਕਰਵਾਵਾਂਗੇ, ਕਿਉਂਕਿ ਈਟੀਟੀ ਦਾ ਹੀ ਹੱਕ ਹੈ। ਤਾਂ ਦੂਸਰੀ ਗੱਲ ਇਹ ਹੈ ਕਿ ਗਲਤ ਅਫਵਾਹਾਂ ਦੇ ਵਿੱਚ ਕਿਸੇ ਵੀ ਸਾਥੀ ਨੇ ਨਹੀਂ ਆਉਣਾ। ਈਟੀਟੀ ਜਿਹੜੇ ਅਗਵਾਈ ਕਰਤਾ ਹੈਗੇ ਆ, ਕੋਈ ਵੀ ਸਾਥੀ ਇਹ ਪੋਸਟਾਂ ਨੂੰ ਰੱਦ ਨਹੀਂ ਹੋਣ ਦੇਣਗੇ। ਇਹਨਾਂ ਪੋਸਟਾਂ ਨੂੰ ਸਿਰੇ ਤੱਕ ਜਿਹੜਾ ਹੈ ਉਹ ਲਾਇਆ ਜਾਊਗਾ ਤੇ ਨਵੀਂ ਭਰਤੀ ਦਾ ਵੀ ਨੋਟੀਫਿਕੇਸ਼ਨ ਜਿਹੜਾ ਹੈ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਕਢਵਾ ਕੇ ਜਿਹੜੇ ਸਾਡੇ ਸਾਥੀ ਟੈਟ ਪਾਸ ਈਟੀਟੀ ਵਾਲੇ ਹੈਗੇ ਆ ਉਹਨਾਂ ਨੂੰ ਇਹਨਾਂ ਪੋਸਟਾਂ ਤੇ ਜਿਹੜਾ ਹੈ ਉਹ ਲਵਾਇਆ ਜਾਊਗਾ। ਸੋ ਸਾਰੇ ਸਾਥੀਆਂ ਦਾ ਧੰਨਵਾਦ। ਕਿਸੇ ਤਰ੍ਹਾਂ ਦੇ ਸਾਥੀਓ ਕੋਈ ਵੀ ਗਲਤਫਹਿਮੀ ਦੇ ਵਿੱਚ ਨਹੀਂ ਪਹੁੰਚਣਾ ਪੈਣਾ। ਜੇਕਰ ਕਿਸੇ ਨੂੰ ਕੋਈ ਲੱਗਦਾ ਹੋਵੇ ਤਾਂ ਉਹ ਸਿੱਧੇ ਤੌਰ ਤੇ ਮੇਰੇ ਨਾਲ ਜਿਹੜਾ ਉਹ ਗੱਲਬਾਤ ਕਰ ਸਕਦਾ ਹੈ। ਸੋ ਸਾਰੇ ਸਾਥੀਆਂ ਦਾ ਧੰਨਵਾਦ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ।